ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਦੇ ਨੇ ਔਰ ਆਪਣੇ ਬਹੁਤ ਸੂਝਵਾਨ ਕਮੈਂਟਸ ਵੀ ਸਾਡੇ ਨਾਲ ਸ਼ੇਅਰ ਕਰਦੇ ਨੇ। ਮੈਂ ਸਾਰੇ ਕਮੈਂਟਸ ਵੀ ਪੜ੍ਹਦਾ ਰਹਿਣਾ ਔਰ ਬਹੁਤ ਪ੍ਰੇਰਨਾ ਮੈਨੂੰ ਮਿਲਦੀ ਹੈ। ਡੱਲਾ ਜੀ, ਲਗਾਤਾਰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਸਿਆਸਤ ਜੋ ਹੈ ਭਖ ਰਹੀ ਹੈ। ਹਰਿਆਣਾ ਤੋਂ ਲੈ ਕੇ ਪੰਜਾਬ ਤੱਕ ਜੋ ਹੈ ਸਿਆਸਤ ਖੂਬ ਭਖੀ ਹੋਈ ਹੈ। ਲਗਾਤਾਰ ਸਵਾਲ ਖੜੇ ਹੋ ਰਹੇ ਨੇ ਕਈ ਤਰ੍ਹਾਂ ਦੇ। ਪੰਜਾਬ ਦੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹ ਵੀ ਕਾਫੀ ਵਿਰੋਧ ਕਰ ਰਹੀਆਂ ਨੇ, ਵਿਰੋਧੀ ਸੁਰ ਕਾਫੀ ਖੜੇ ਹੋ ਰਹੇ ਨੇ, ਸਵਾਲ ਹੋਣੇ ਲਾਜ਼ਮੀ ਵੀ ਨੇ। ਸੋ ਰਵਨੀਤ ਬਿੱਟੂ ਨੇ ਵੀ ਜੋ ਹੈ ਡੇਰਾ ਮੁਖੀ ਦੇ ਉੱਪਰ ਇਸ ਮਾਮਲੇ ਦੇ ਉੱਪਰ ਵੱਡਾ ਬਿਆਨ ਆਇਆ, ਬੀਜੇਪੀ ਤੇ ਵੱਡਾ ਸਿਆਸੀ ਹਮਲਾ ਕੀਤਾ ਉਹਨਾਂ ਨੇ। ਤੁਸੀਂ ਕੀ ਕਹਿਣਾ ਚਾਹੋਗੇ ਇਸ ਪੂਰੇ ਮਾਮਲੇ ਨੂੰ ਲੈ ਕੇ, ਕਿਉਂਕਿ ਸਵਾਲਾਂ ਦੇ ਵਿੱਚ ਤਾਂ ਹੈ ਹੀ ਹੈ, ਸਿਆਸਤ ਦਾ ਵੀ ਵੱਡਾ ਮੁੱਦਾ ਬਣਿਆ ਹੋਇਆ ਹੈ ਡੇਰਾ ਮੁਖੀ ਦੀ ਇਹ ਪੈਰੋਲ। ਹਰਜੋਤ ਜੀ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਰਿਆਣਾ ਦੇ ਵਿੱਚ ਆਦਮਪੁਰ ਦੀ ਉਪ ਚੋਣ ਹੈ ਤੇ ਉੱਥੇ ਪੰਚਾਇਤੀ ਚੋਣਾਂ ਵੀ ਨੇ। ਤੁਹਾਨੂੰ ਯਾਦ ਹੋਣਾ ਜਦੋਂ ਪੰਜਾਬ ਦੀਆਂ ਚੋਣਾਂ ਸੀ ਉਦੋਂ ਵੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦਿੱਤਾ ਗਿਆ ਸੀ। 7 ਫਰਵਰੀ ਨੂੰ ਉਹ ਪੈਰੋਲ ਤੇ ਆਏ ਸੀ। ਉਸ ਤੋਂ ਬਾਅਦ ਵੀ ਇੱਕ ਵਾਰੀ ਉਹ ਪੈਰੋਲ ਤੇ ਆਏ। ਹੁਣ ਉਹ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਨੇ ਕਿਉਂਕਿ 2 ਵੱਡੇ ਮਾਮਲਿਆਂ ਦੇ ਵਿੱਚ ਬੰਦ ਨੇ। ਬਲਾਤਕਾਰ ਤੇ ਕਤਲ ਦਾ ਇੱਕ ਮਾਮਲਾ ਉਹਨਾਂ ਦੇ ਵਿੱਚ। ਹੁਣ ਉਹਨਾਂ ਨੂੰ ਫਿਰ ਪੈਰੋਲ ਮਿਲਿਆ 40 ਦਿਨ ਦਾ ਤੇ ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਦੇ ਵਿੱਚ ਚਲੇ ਗਏ ਨੇ ਔਰ ਵਿਰੋਧ ਉਹਨਾਂ ਦੇ ਪੈਰੋਲ ਦਾ ਬਹੁਤ ਜ਼ਬਰਦਸਤ ਹੋ ਰਿਹਾ ਹੈ। ਹਾਲਾਂਕਿ ਭਾਰਤੀ ਜਨਤਾ ਪਾਰਟੀ ਡਿਫੈਂਡ ਕਰ ਰਹੀ ਹੈ। ਬੀਜੇਪੀ ਦਾ ਕਹਿਣਾ ਹੈ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ, ਉਹਨਾਂ ਨੂੰ ਜਿਹੜਾ ਪੈਰੋਲ ਹੈ ਉਹ ਨਿਯਮਾਂ ਤੇ ਕਾਇਦੇ ਦੇ ਮੁਤਾਬਕ ਮਿਲਿਆ ਹੈ। ਔਰ ਪੰਜਾਬ 'ਚ ਬਹੁਤ ਸਾਰੇ ਜਿਹੜੇ ਸਾਡੇ ਆਗੂ ਨੇ ਉਹ ਵੀ ਇਸ ਗੱਲ ਦਾ ਵਿਰੋਧ ਕਰ ਰਹੇ ਨੇ। ਕਾਂਗਰਸ ਦੇ ਆਗੂ ਨੇ ਰਵਨੀਤ ਬਿੱਟੂ, ਉਹਨਾਂ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਜਦੋਂ ਉਹਨਾਂ ਨੂੰ ਭੇਜਿਆ ਗਿਆ 14 ਅਕਤੂਬਰ ਨੂੰ 7 ਸਾਲ ਪੂਰੇ ਹੋ ਗਏ ਸੀ ਜਿਹੜੇ ਮਾਮਲੇ ਬੇਅਦਬੀ ਦੇ ਸੀ ਔਰ ਜਿਹੜੇ ਮਾਮਲੇ ਸਾਨੂੰ ਪਤਾ ਹੈ ਗੋਲੀकांड ਦਾ ਮਾਮਲਾ ਹੈ ਜਿਨ੍ਹਾਂ ਨੂੰ ਲੈ ਕੇ ਇਨਸਾਫ ਮੋਰਚਾ ਡਟਿਆ। ਉਹ ਕਹਿੰਦੇ 7 ਸਾਲ ਹੋ ਗਏ ਇਨਸਾਫ ਦੀ ਲੜਾਈ ਨੂੰ ਔਰ 14 ਅਕਤੂਬਰ ਦਾ ਜਿਹੜਾ ਦਿਨ ਹੈ ਉਹੀ ਜਿਹੜਾ ਹੈ ਉਹ ਚੁਣਿਆ ਗਿਆ। ਰਵਨੀਤ ਬਿੱਟੂ ਕਹਿੰਦੇ ਇਹ ਕਹਿਣ ਨੂੰ ਸੰਯੋਗ ਹੋ ਸਕਦਾ ਪਰ ਇਹਦੇ ਤੇ ਸਵਾਲ ਖੜੇ ਹੁੰਦੇ ਨੇ। ਉਹਨਾਂ ਨੇ ਬੀਜੇਪੀ ਦੀ ਭੂਮਿਕਾ ਦੇ ਉੱਤੇ ਵੀ ਸਵਾਲ ਖੜੇ ਕੀਤੇ। ਰਵਨੀਤ ਬਿੱਟੂ ਨੇ ਬਹੁਤ ਚਿਰਾਂ ਬਾਅਦ ਸਿੱਧੇ ਭਾਰਤੀ ਜਨਤਾ ਪਾਰਟੀ ਤੇ ਵੀ ਇਹ ਹਮਲਾ ਬੋਲਿਆ। ਰਵਨੀਤ ਬਿੱਟੂ ਦੀ ਪੂਰੀ ਗੱਲ ਵੀ ਸੁਣਦੇ ਹਾਂ। ਉਹ ਕਹਿੰਦੇ ਕਿ ਇਹ ਮਾਮਲੇ ਸ਼ੱਕੀ ਬਣਦੇ ਜਾ ਰਹੇ ਨੇ। ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਉਹ ਲਗਾਤਾਰ ਵਿਰੋਧ ਕਰਦੇ ਰਹੇ ਨੇ। ਬਹੁਤ ਸਾਰੇ ਸਿੱਖ ਸੰਗਠਨ ਵਿਰੋਧ ਕਰਦੇ ਆ ਰਹੇ ਨੇ। ਉਹ ਕਹਿੰਦੇ ਬੰਦੀ ਸਿੰਘਾਂ ਨੂੰ ਨਾ ਪੈਰੋਲ ਔਰ ਬਹੁਤ ਸਾਰੇ ਤਾਂ ਅਜਿਹੇ ਨੇ ਜਿਨ੍ਹਾਂ ਨੂੰ ਜ਼ਮਾਨਤਾਂ ਤਾਂ ਕੀ ਮਿਲਣੀਆਂ, ਪੈਰੋਲ ਵੀ ਨਹੀਂ ਦਿੱਤਾ ਗਿਆ। 25 26 ਸਾਲ ਹੋ ਗਏ ਕਈਆਂ ਨੂੰ। ਸੋ ਇਸ ਕਰਕੇ ਉਹ ਕਹਿੰਦੇ ਵੀ ਜਿਹੜਾ ਕਾਨੂੰਨ ਹੈ ਉਹ ਇੱਕੋ ਜਿਹਾ ਕਿਉਂ ਨਹੀਂ ਔਰ ਸਿੱਖ ਭਾਈਚਾਰੇ ਦੇ ਬੰਦੀ ਸਿੰਘਾਂ ਨੂੰ ਜ਼ਮਾਨਤ ਜਾਂ ਪੈਰੋਲ ਕਿਉਂ ਨਹੀਂ। ਹੁਣ ਗੱਲ ਇਹ ਬਹੁਤ ਵੱਡੀ ਡਿਬੇਟ ਵਾਲੀ ਨੈਸ਼ਨਲ ਪੱਧਰ ਤੇ ਬਣ ਗਈ। ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਇਸ ਮਾਮਲਿਆਂ ਦੇ ਵਿੱਚ ਅਦਾਲਤਾਂ 'ਚ ਪਟੀਸ਼ਨ ਜਾਣ ਜਾਂ ਸੁਪਰੀਮ ਕੋਰਟ ਕੋਈ ਪਟੀਸ਼ਨ ਜਾਵੇ ਕਿਉਂਕਿ ਜ਼ਰੂਰ ਇਹ ਮਾਮਲਾ ਤਾਂ ਵਿਚਾਰਨ ਵਾਲਾ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਇੰਨੀ ਛੇਤੀ ਪੈਰੋਲ ਤੇ ਸਿੱਖ ਕੈਦੀ ਜਿਹੜੇ ਬੰਦੀ ਨੇ ਉਹਨਾਂ ਨੂੰ ਬਹੁਤ ਲੰਮੇ ਸਮੇਂ ਤੋਂ ਨਾ ਜ਼ਮਾਨਤਾਂ ਨਾ ਪੈਰੋਲ। ਸੋ ਗੱਲ ਕਾਨੂੰਨ ਦੇ ਮੁਤਾਬਕ ਕਾਨੂੰਨ ਦੇ ਦਾਇਰੇ 'ਚ ਡਿਬੇਟ ਵਾਲੀ ਤਾਂ ਬਣ ਗਈ ਔਰ ਮੈਨੂੰ ਲੱਗਦਾ ਅਦਾਲਤਾਂ 'ਚ ਗੱਲ ਜਾਊਗੀ। प्यारी साथ संगत जियो, हम फिर से आपके दर्शनों के लिए यूपी आश्रम में पहुंच चुके हैं और आप सबको बहुत बहुत आशीर्वाद, मालिक सबको खुशियां दे, दया में रहमत से नवाजे। और आपने पहले की तरह जैसे आपको बोला था कि आप मानते रहना अपने अपने घरों में, जैसे भी आपको बताएंगे जिम्मेवार लोग उसके अकॉर्डिंग करना है, मन मर्जी नहीं करनी, भगदड़ नहीं करनी। सो ये आप ज़रूर मानिएगा हमारी बात। हमेशा मानते हैं, हमें गर्व है आप लोगों पे, हमारे बच्चों पे बहुत गर्व है। सो परमपिता परमात्मा और बहुत ज़्यादा खुशियाँ दे आपको। सो आपके दर्शनों के लिए यहाँ पे आ गए हैं, तो दर्शन चलते रहेंगे, बातें होती रहेंगी, सारी बातें करेंगे आपसे, लेकिन आपने माननी है बात। हमें पता है, कहने की ज़रूरत नहीं इतनी बार कि जिम्मेवार आपको जैसे कहेंगे उसके अकॉर्डिंग आप लोगों ने चलना है, उसके अकॉर्डिंग बात करनी है।
ਡੱਲਾ ਜੀ, ਹੁਣ ਗੱਲ ਕਰ ਲੈਂਦੇ ਆ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਤੇ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਜਿਸ ਤਰ੍ਹਾਂ ਦੇ ਅੰਮ੍ਰਿਤਪਾਲ ਸਿੰਘ ਦੇ ਬਿਆਨ ਆ ਰਹੇ ਨੇ, ਲਗਾਤਾਰ ਉਹ ਵਾਇਰਲ ਵੀ ਕਾਫੀ ਹੋ ਰਹੇ ਨੇ, ਜਿੱਥੇ ਇੱਕ ਪਾਸੇ ਇਹਨਾਂ ਬਿਆਨਾਂ ਨੂੰ ਦੇਖਦੇ ਹੋਏ ਅਸੀਂ ਦੇਖ ਰਹੇ ਹਾਂ ਕਿ ਸਿਆਸੀ ਮਾਹੌਲ ਬਹੁਤ ਹੀ ਗਰਮ ਹੋ ਰਿਹਾ, ਤਾਂ ਦੂਜੇ ਪਾਸੇ ਹੁਣ ਮਸੀਹ ਭਾਈਚਾਰੇ ਦੇ ਜਿਹੜੇ ਲੋਕ ਨੇ ਉਹ ਕਾਫੀ ਨਾਰਾਜ਼ ਨਜ਼ਰ ਆ ਰਹੇ ਨੇ। ਜਲੰਧਰ ਵਿੱਚ ਜੋ ਹੈ ਵੱਡਾ ਐਲਾਨ ਵੀ ਕੀਤਾ ਹੈ ਮਸੀਹ ਭਾਈਚਾਰੇ ਨੇ। ਸੋ ਅੰਮ੍ਰਿਤਪਾਲ ਸਿੰਘ ਦੇ ਬਿਆਨਾਂ ਤੋਂ ਹੀ ਨਾਰਾਜ਼ ਹੋ ਕੇ ਜਿਹੜਾ ਮਸੀਹ ਭਾਈਚਾਰਾ, ਉਹਨਾਂ ਨੇ ਕਿਹਾ ਕਿ ਅਸੀਂ 17 ਅਕਤੂਬਰ ਨੂੰ ਜੋ ਹੈ ਵੱਡਾ ਇਕੱਠ ਕਰਾਂਗੇ, ਪ੍ਰਦਰਸ਼ਨ ਕਰਾਂਗੇ। ਪੂਰਾ ਮਾਮਲਾ ਕੀ ਹੈ, ਜਿਹੜਾ ਮਸੀਹ ਭਾਈਚਾਰਾ ਹੈ ਉਹ ਕਿਹੜੀ ਗੱਲ ਤੋਂ ਨਾਰਾਜ਼ ਇੰਨੀ ਨਾਰਾਜ਼ਗੀ ਕੀ ਹੈ ਕਿ ਉਹਨਾਂ ਨੇ ਕਿਹਾ ਕਿ 17 ਅਕਤੂਬਰ ਨੂੰ ਵੱਡਾ ਇਕੱਠ ਕਰਨ ਜਾ ਰਹੇ ਨੇ। ਜ਼ਰੂਰ ਇਸ ਦੀ ਪੂਰੀ ਜਾਣਕਾਰੀ ਸਾਂਝੀ ਕਰੋ। ਹਰਜੋਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਗੱਲ ਤੁਹਾਡੇ ਇਸ ਸਵਾਲ ਨੂੰ ਅੱਗੇ ਵਧਾਊਂਗਾ। ਅੰਮ੍ਰਿਤਪਾਲ ਸਿੰਘ ਪਿਛਲੇ ਕੁਝ ਸਮੇਂ ਤੋਂ ਜਿਸ ਤਰ੍ਹਾਂ ਨਾਲ ਵੱਖ-ਵੱਖ ਮੁੱਦਿਆਂ ਤੇ ਆਪਣੀ ਰਾਏ ਰੱਖ ਰਹੇ ਨੇ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਉਹਨਾਂ ਦੇ ਆਪਣੇ ਨਿੱਜੀ ਬਿਆਨਾਂ ਦੇ ਨਾਲ ਸਿਆਸੀ ਚਰਚਾ ਵੀ ਛਿੜੀ ਹੈ ਔਰ ਸਮਾਜਿਕ ਚਰਚਾ ਵੀ ਛਿੜੀ ਹੈ। ਇਹ ਵੀ ਸਾਡੇ ਸਾਹਮਣੇ ਹੈ ਕਿ ਉਹਨਾਂ ਦੇ ਕੁਝ ਬਿਆਨ ਸੀ ਜਿਹੜੇ ਉਹਨਾਂ ਤੋਂ ਨਾਰਾਜ਼ ਹੋ ਕੇ ਕਾਂਗਰਸ ਪਾਰਟੀ ਵੱਲੋਂ, ਰਾਜਾ ਵੜਿੰਗ ਵੱਲੋਂ DGP ਤੱਕ ਨੂੰ ਸ਼ਿਕਾਇਤ ਦਿੱਤੀ ਗਈ, ਚਿੱਠੀ ਦਿੱਤੀ ਗਈ। ਕੈਪਟਨ ਅਮਰਿੰਦਰ ਦੀ ਧੀ ਨੇ ਕਾਰਵਾਈ ਮੰਗ ਲਈ ਅੰਮ੍ਰਿਤਪਾਲ ਸਿੰਘ ਤੇ। BJP ਦੇ ਕਈ ਲੀਡਰਾਂ ਨੇ ਸਵਾਲ ਖੜੇ ਕੀਤੇ ਔਰ ਇਹਦੇ ਨਾਲ ਹੁਣ ਜਿਹੜਾ ਤਾਜ਼ਾ ਮਾਮਲਾ ਹੈ, ਤਾਜ਼ੇ ਮਾਮਲੇ ਦੇ ਵਿੱਚ ਜਿਹੜਾ ਈਸਾਈ ਭਾਈਚਾਰਾ ਹੈ, ਉਹਨਾਂ ਵੱਲੋਂ ਅੰਮ੍ਰਿਤਪਾਲ ਸਿੰਘ ਵੱਲੋਂ ਕੁਝ ਦਿਨ ਪਹਿਲਾਂ ਦਿੱਤੇ ਗਏ ਇੱਕ ਬਿਆਨ ਤੇ ਇਤਰਾਜ਼ ਪ੍ਰਗਟ ਕੀਤਾ ਗਿਆ ਹੈ। ਈਸਾਈ ਭਾਈਚਾਰੇ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਪੁਲਿਸ ਕਾਰਵਾਈ ਕਰੇ, ਉਹਨਾਂ ਨੂੰ ਗ੍ਰਿਫਤਾਰ ਕਰੇ। ਉਹਨਾਂ ਦਾ ਕਹਿਣਾ ਹੈ ਕਿ ਹਰ ਧਰਮ ਦਾ ਹੱਕ ਹੈ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ। ਸੋ ਅੰਮ੍ਰਿਤਪਾਲ ਸਿੰਘ ਨੇ ਜਿਹੜਾ ਬਿਆਨ ਦਿੱਤਾ ਸੀ, ਈਸਾਈ ਭਾਈਚਾਰੇ ਨੂੰ ਲੱਗਦਾ ਹੈ ਕਿ ਉਹ ਉਹਨਾਂ ਦੀਆਂ ਭਾਵਨਾਵਾਂ ਨੂੰ ਕਿਤੇ ਨਾ ਕਿਤੇ ਸੱਟ ਮਾਰਦਾ, ਇਸ ਕਰਕੇ ਉਹ ਪੁਲਿਸ ਕੋਲੇ ਚਲੇ ਗਏ ਨੇ ਔਰ ਉਹਨਾਂ ਨੇ ਕਹਿ ਦਿੱਤਾ ਕਿ ਅਗਰ 17 ਤਰੀਕ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਅੰਮ੍ਰਿਤਪਾਲ ਸਿੰਘ ਦੇ ਉਸ ਬਿਆਨ ਤੇ ਕਾਰਵਾਈ ਨਹੀਂ ਕਰਦਾ ਤੇ ਅਸੀਂ ਪ੍ਰੋਟੈਸਟ ਕਰਾਂਗੇ। ਔਰ 17 ਅਕਤੂਬਰ ਨੂੰ ਉਹ ਕਹਿੰਦੇ ਨੇ ਕਿ ਅਸੀਂ PAP ਚੌਂਕ ਵੀ ਜਾਮ ਕਰਾਂਗੇ ਤੇ ਨੈਸ਼ਨਲ ਹਾਈਵੇ ਅਸੀਂ ਜਾਮ ਕਰਾਂਗੇ। ਹੁਣ ਵੇਖਣ ਵਾਲੀ ਗੱਲ ਇਹ ਰਹੇਗੀ ਕਿ ਪ੍ਰਸ਼ਾਸਨ ਕਿਵੇਂ ਇਸ ਪੂਰੇ ਮਾਮਲੇ ਨੂੰ ਨਜਿੱਠਦਾ ਹੈ ਔਰ ਅੰਮ੍ਰਿਤਪਾਲ ਸਿੰਘ ਹੋਣੀ ਕੀ ਆਪਣੇ ਬਿਆਨ ਤੇ ਕੋਈ ਸਪਸ਼ਟੀਕਰਨ ਦੇਣਗੇ, ਕਿਉਂਕਿ ਇਹ ਮਾਮਲਾ ਜਿਹੜਾ ਹੈ ਇਹ ਸ਼ਾਂਤ ਹੋਣਾ ਚਾਹੀਦਾ ਹੈ ਔਰ ਬੜਾ ਚੰਗਾ ਹੋਵੇ ਅਗਰ ਆਪਸੀ ਭਾਈਚਾਰੇ ਨਾਲ ਮਿਲ ਬੈਠ ਕੇ ਇਹ ਗੱਲ ਨਿਬੜ ਜਾਵੇ। ਪੁਲਿਸ ਪ੍ਰਸ਼ਾਸਨ ਦੇ ਅੱਗੇ ਇਸ ਵਕਤ ਇਹ ਚੁਣੌਤੀ ਹੈ ਕਿ ਉਹ ਇਸ ਮਾਮਲੇ ਨੂੰ ਕਿਵੇਂ ਨਿਬੇੜਦੇ ਨੇ, ਕਿਉਂਕਿ ਸਾਰੇ ਭਾਈਚਾਰੇ ਨੇ ਜਿਹੜੇ ਡੈਮੋਕ੍ਰੇਸੀ ਦੇ ਵਿੱਚ ਉਹ ਸੰਤੁਸ਼ਟ ਰਹਿਣੇ ਬੜੇ ਜ਼ਰੂਰੀ ਨੇ। ਡੱਲਾ ਜੀ, ਅੰਮ੍ਰਿਤਸਰ ਦੇ ਜੋ ਸਿੱਖ ਅਜਾਇਬ ਘਰ ਦੇ ਵਿੱਚ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਲਗਾਈ ਗਈ ਹੈ, ਸੋ ਇਸ ਨੂੰ ਲੈ ਕੇ ਵੀ ਖਬਰ ਵੱਡੀ ਬਣੀ ਹੋਈ ਹੈ। ਹੋਰ ਕਿਸ ਦੀ ਤਸਵੀਰ ਜੋ ਹੈ ਇਸ ਸਿੱਖ ਅਜਾਇਬ ਘਰ ਵਿੱਚ ਲਗਾਈ ਗਈ ਹੈ, ਪੂਰੀ ਜਾਣਕਾਰੀ ਮੈਂ ਜ਼ਰੂਰ ਚਾਹਾਂਗੀ ਕਿ ਦਰਸ਼ਕਾਂ ਦੇ ਨਾਲ ਤੁਸੀਂ ਸਾਂਝੀ ਕਰੋ। ਹਰਜੋਤ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਸਿੱਖ ਅਜਾਇਬ ਘਰ ਦੇ ਵਿੱਚ ਕੱਲ੍ਹ ਖਾਸ ਤੌਰ ਤੇ ਕਈ ਅਹਿਮ ਸ਼ਖਸੀਅਤਾਂ ਦੀਆਂ ਤਸਵੀਰਾਂ ਲਾਈਆਂ ਗਈਆਂ। ਉਹਨਾਂ ਦੇ ਵਿੱਚੋਂ ਬਲਵਿੰਦਰ ਸਿੰਘ ਜਟਾਣਾ ਉਹ ਵੀ ਪ੍ਰਮੁੱਖ ਤੌਰ ਤੇ ਸੀ। ਹਾਲਾਂਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਜੋਗਿੰਦਰ ਸਿੰਘ ਪੰਜਰਥ, ਹਰਿੰਦਰ ਸਿੰਘ ਰਣੀਆਂ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ, ਅਹਿਮਦ ਪੱਟੀ ਉਹਨਾਂ ਦੀ ਤਸਵੀਰ ਲਗਾਈ ਗਈ। ਹੁਣ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਲਗਾਈ ਗਈ। ਬਲਵਿੰਦਰ ਸਿੰਘ ਜਟਾਣਾ, ਬਹੁਤ ਸਾਰੇ ਲੋਕਾਂ ਨੂੰ ਬਲਵਿੰਦਰ ਸਿੰਘ ਜਟਾਣਾ ਬਾਰੇ ਸਿੱਧੂ ਮੂਸੇਵਾਲੇ ਦੇ ਗਾਣੇ ਤੋਂ ਬਾਅਦ ਜ਼ਿਆਦਾ ਜਾਣਕਾਰੀ ਮਿਲੀ ਔਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਦੋਂ ਤਸਵੀਰ ਸਿੱਖ ਅਜਾਇਬ ਘਰ ਦੇ ਵਿੱਚ ਲਗਾਈ ਗਈ ਤੇ ਉਚੇਚੇ ਤੌਰ ਤੇ ਉੱਥੇ ਮੌਜੂਦ ਸੀ ਔਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਜ਼ਿਕਰ ਕੀਤਾ ਕਿ ਸਤਲੁਜ ਯਮੁਨਾ ਲਿੰਕ ਨਹਿਰ ਇਸ ਮਸਲੇ ਤੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਬਲਵਿੰਦਰ ਸਿੰਘ ਜਟਾਣਾ ਨੇ ਤੇ ਉਹਨਾਂ ਨੇ ਸ਼ਹੀਦੀ ਪਾਈ। ਉਹ ਕਹਿੰਦੇ ਇਹ ਬਹੁਤ ਸੰਵੇਦਨਸ਼ੀਲ ਮਸਲਾ ਹੈ SYL ਦਾ, ਪੁਰਾਣੇ ਸਮੇਂ ਤੋਂ ਹੀ ਔਰ ਹੁਣ ਦੇ ਸਮੇਂ ਵੀ ਸਰਕਾਰਾਂ ਨੂੰ ਬਹੁਤ ਸੰਵੇਦਨਸ਼ੀਲ ਹੋ ਕੇ ਇਹਨਾਂ ਮਸਲਿਆਂ ਤੇ ਅੱਗੇ ਵਧਣਾ ਚਾਹੀਦਾ ਹੈ ਔਰ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਸਤਲੁਜ ਯਮੁਨਾ ਲਿੰਕ ਨਹਿਰ ਤੇ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਸੰਘਰਸ਼ ਵੀ ਹੋਏ ਨੇ, ਸਿਆਸਤ ਵੀ ਹੋਈ ਹੈ ਤੇ ਮੰਗਾਂ ਵੀ ਹੋਈਆਂ ਨੇ ਤੇ ਕਾਨੂੰਨੀ ਜਦੋਜਹਿਦ ਵੀ ਚੱਲੀ ਹੈ। ਕੁਝ ਦਿਨ ਪਹਿਲਾਂ ਵੀ ਸਾਨੂੰ ਪਤਾ ਹੈ ਭਗਵੰਤ ਮਾਨ ਤੇ ਮਨੋਹਰ ਲਾਲ ਖੱਟੜ ਦੇ ਵਿਚਾਲੇ ਮੀਟਿੰਗ ਹੋਈ ਹੈ ਔਰ ਉਸ ਮੀਟਿੰਗ ਦੇ ਵਿੱਚ
ਮੈਨੂੰ ਇਹ ਲੱਗਦਾ ਕਿ ਭਗਵੰਤ ਮਾਨ ਦਾ ਸਟੈਂਡ ਪਿਛਲੇ ਮੁੱਖ ਮੰਤਰੀਆਂ ਦੇ ਮੁਕਾਬਲੇ ਬਿਹਤਰ ਰਿਹਾ। ਭਾਵੇਂ ਕੈਪਟਨ ਅਮਰਿੰਦਰ ਨੂੰ ਕਾਂਗਰਸੀ ਪਾਣੀਆਂ ਦਾ ਰਾਖਾ ਕਹਿੰਦੇ ਨੇ, ਪਰ ਕੈਪਟਨ ਅਮਰਿੰਦਰ ਕੋਲੇ ਬਹੁਤ ਵੱਡਾ ਮੌਕਾ ਸੀ SYL ਦਾ ਮਸਲਾ ਹੱਲ ਕਰਨ ਦਾ, ਜਦੋਂ ਕੇਂਦਰ 'ਚ ਵੀ ਕਾਂਗਰਸ ਦੀ ਸਰਕਾਰ ਸੀ ਤੇ ਹਰਿਆਣੇ 'ਚ ਵੀ। ਇਸੇ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਹੋਣਾ ਕੋਲੇ ਵੀ ਵੱਡਾ ਮੌਕਾ ਸੀ BJP ਔਰ ਬਾਦਲ ਕੋਲੇ, ਜਦੋਂ ਪੰਜਾਬ 'ਚ ਇਹਨਾਂ ਦੀ ਸਰਕਾਰ, ਹਰਿਆਣੇ 'ਚ ਇਹਨਾਂ ਦੀ ਸਰਕਾਰ ਤੇ ਕੇਂਦਰ 'ਚ ਇਹਨਾਂ ਦੀ ਸਰਕਾਰ। ਸੋ ਇਸ ਕਰਕੇ ਦੋਵੇਂ ਧਿਰਾਂ, ਕਾਂਗਰਸ ਤੇ ਅਕਾਲੀ ਭਾਜਪਾ, ਹੁਣ 3 ਧਿਰਾਂ ਹੋ ਗਈਆਂ। ਇਹ ਤਿੰਨੇ ਧਿਰਾਂ ਕਿਤੇ ਨਾ ਕਿਤੇ ਅਸਫਲ ਰਹੀਆਂ ਨੇ, ਫੇਲ ਸਾਬਤ ਹੋਈਆਂ ਨੇ ਪਾਣੀਆਂ ਦੇ ਮਸਲੇ ਤੇ ਇਹ ਗੱਲ ਖਤਮ ਕਰਨ ਲਈ। ਹੁਣ ਠੀਕ ਹੈ ਕਿ ਇਹ ਮੁੱਦਾ ਫਿਰ ਤੋਂ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਉਭਾਰ ਲੈ ਰਿਹਾ ਹੈ ਤੇ ਇਹਦੇ ਤੇ ਕਈ ਤਰ੍ਹਾਂ ਦੇ ਲੀਡਰਾਂ ਦੇ ਬਿਆਨ ਵੀ ਆ ਰਹੇ ਨੇ। ਜਿਵੇਂ ਹਰਜੋਤ ਜੀ ਤੁਸੀਂ ਵੀ ਸਤਲੁਜ ਯਮੁਨਾ ਲਿੰਕ ਨਹਿਰ ਦਾ ਸਵਾਲ ਕੀਤਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ, ਇਹਦੇ ਤੇ ਸਿਆਸਤ ਬਹੁਤ ਜ਼ਿਆਦਾ ਹੋਗੀ। ਔਰ ਭਗਵੰਤ ਮਾਨ ਨੇ ਸਾਫ਼ ਕਹਿ ਦਿੱਤਾ ਕਿ ਅਸੀਂ ਪਾਣੀ ਨਹੀਂ ਦੇ ਸਕਦੇ, ਸਾਡੇ ਕੋਲੇ ਪਾਣੀ ਨਹੀਂ ਹੈ। ਜਦਕਿ ਮੈਂ ਅਖਬਾਰਾਂ ਦੀਆਂ ਸੁਰਖੀਆਂ ਪੜ੍ਹ ਰਿਹਾ ਸੀ, ਮਨੋਹਰ ਲਾਲ ਖੱਟੜ ਕਹਿੰਦੇ ਮੀਟਿੰਗ ਤਾਂ ਰਸਤੇ ਲਈ ਹੈ ਕਿ ਨਹਿਰ ਦੀ ਉਸਾਰੀ ਕਰਨਾ ਹੀ ਅਸੀਂ ਚਾਹੁੰਦੇ ਹਾਂ, ਪਾਣੀ ਦੀ ਵੰਡ ਜਾਂ ਪਾਣੀ ਦੀ ਆਮਦ ਤਾਂ ਬਾਅਦ ਦਾ ਮਸਲਾ ਹੈ। ਅਸਲ 'ਚ ਇੱਥੇ ਇੱਕ ਗੱਲ ਚੰਗੀ ਰਹਿ ਗਈ ਕਿ 2016 'ਚ ਜਦੋਂ ਵਿਧਾਨ ਸਭਾ ਦਾ ਸੈਸ਼ਨ ਹੋਇਆ ਪੰਜਾਬ ਦਾ, ਉਦੋਂ ਸਰਬਸੰਮਤੀ ਨਾਲ ਮਤਾ ਪਾ ਕੇ ਨਹਿਰ ਵਾਪਸੀ ਕਰ ਦਿੱਤੀ ਗਈ। ਨਹਿਰ ਦੀ ਜ਼ਮੀਨ ਵਾਪਸ ਬਹੁਤ ਸਾਰੇ ਲੋਕਾਂ ਦੇ ਨਾਮ ਤੇ ਚੜ੍ਹਾ ਦਿੱਤੀ ਗਈ। ਭਾਵੇਂ ਸੁਪਰੀਮ ਕੋਰਟ ਨੇ ਸਟੇਟਸ ਕੋ ਲਾਤਾ, ਪਰ ਬਹੁਤ ਸਾਰੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਵਾਪਸ ਲੋਕਾਂ ਦੇ ਨਾਂ ਤੇ ਚੜ੍ਹ ਚੁੱਕੀਆਂ ਨੇ, ਜਿਸ ਕਰਕੇ ਹੁਣ ਨਵੇਂ ਸਿਰੇ ਤੋਂ ਇਹ ਜਿਹੜਾ ਨਹਿਰ ਦੀ ਉਸਾਰੀ ਦਾ ਮਸਲਾ ਹੈ ਇਹ ਉੱਭਰ ਰਿਹਾ। ਇਸ ਮਸਲੇ ਤੇ ਵੀ ਖੂਬ ਸਿਆਸਤ ਹਾਲਾਂਕਿ ਹੋ ਰਹੀ ਹੈ ਪੰਜਾਬ ਦੇ ਵਿੱਚ, ਪਰ ਕਿਉਂਕਿ ਸੁਪਰੀਮ ਕੋਰਟ ਨੇ ਸਟੇਟਸ ਕੋ ਕਰਤਾ ਸੀ, ਇਸ ਕਰਕੇ ਜਦੋਂ ਨਹਿਰ ਦੀ ਭਰਾਈ ਦਾ ਕੰਮ ਵੀ ਕਈ ਥਾਂ ਸ਼ੁਰੂ ਕੀਤਾ ਸੀ ਤੇ ਉਹ ਉਸੇ ਜਗ੍ਹਾ ਰੁਕ ਗਿਆ ਸੀ। ਪਰ ਕੀ ਭਵਿੱਖ 'ਚ ਸੁਪਰੀਮ ਕੋਰਟ ਇਸ ਮਾਮਲੇ ਦੇ ਵਿੱਚ ਕੋਈ ਦਖਲ ਦੇਵੇਗੀ? ਸਾਰਿਆਂ ਦੀ ਇਹਦੇ ਤੇ ਨਜ਼ਰ ਰਹੇਗੀ। ਪਰ ਹਰਿਆਣੇ ਦੇ ਜਿਹੜੇ ਗ੍ਰਹਿ ਮੰਤਰੀ ਨੇ ਅਨਿਲ ਵਿਜ, ਉਹਨਾਂ ਦਾ ਜਿਹੜਾ ਬਿਆਨ ਹੈ ਉਹ ਬੜਾ, ਉਹਨਾਂ ਨੇ ਸਿਆਸੀ ਤੌਰ ਤੇ ਅਜਿਹਾ ਬਿਆਨ ਦਿੱਤਾ ਹੈ ਜਿਸ ਨਾਲ ਇੱਕ ਨਵੀਂ ਤਰ੍ਹਾਂ ਦੀ ਸਿਆਸਤ ਸ਼ੁਰੂ ਹੋਣ ਦੀ ਸੰਭਾਵਨਾ ਹੈ। ਅਨਿਲ ਵਿਜ ਉਹਨਾਂ ਦਾ ਬਿਆਨ ਕੀ ਹੈ, ਇੱਕ ਵਾਰੀ ਸੁਣਨਾ ਜ਼ਰੂਰ ਲਾਜ਼ਮੀ ਹੈ। ਉਹ ਬੜੇ ਜ਼ਿੰਮੇਦਾਰ ਮੰਤਰੀ ਨੇ, ਗ੍ਰਹਿ ਮੰਤਰੀ ਨੇ ਹਰਿਆਣਾ ਸਰਕਾਰ ਦੇ, ਔਰ ਜਿਸ ਤਰੀਕੇ ਦੀ ਸ਼ੈਲੀ 'ਚ ਅਨਿਲ ਵਿਜ ਹੋਣੀ ਗੱਲ ਕਰ ਰਹੇ ਨੇ, ਮੈਨੂੰ ਨਹੀਂ ਲੱਗਦਾ ਕਿ ਇੱਕ ਗ੍ਰਹਿ ਮੰਤਰੀ ਨੂੰ ਅਜਿਹੀ ਗੱਲ ਕਰਨੀ ਚਾਹੀਦੀ ਹੈ ਜਦੋਂ ਉਹਨਾਂ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਕਰ ਰਹੇ ਨੇ ਔਰ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਮੀਟਿੰਗ ਹੋ ਰਹੀ ਹੈ। ਸੋ ਅਨਿਲ ਵਿਜ ਉਹਨਾਂ ਦਾ ਇੱਕ ਵਾਰੀ ਬਿਆਨ ਜ਼ਰੂਰ ਸੁਣ ਲਈਏ। ਪਹਿਲਾਂ ਵੀ ਅਨਿਲ ਵਿਜ ਬਹੁਤ ਵਾਰੀ ਆਪਣੇ ਕਰੜੇ ਬਿਆਨਾਂ ਕਰਕੇ ਲੋਕ ਜਾਣਦੇ ਨੇ। ਹਾਲਾਂਕਿ ਜਦੋਂ ਅਨਿਲ ਵਿਜ ਨੂੰ ਕੋਵਿਡ ਹੋ ਗਿਆ ਸੀ, ਇੱਕ ਵਾਰੀ ਉਹਨਾਂ ਦੀ ਸਥਿਤੀ ਕਾਫੀ ਚਿੰਤਾਜਨਕ ਹੋ ਗਈ ਸੀ, ਉਦੋਂ ਮਨੁੱਖਤਾ ਦੇ ਨਾਤੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਚੰਗੀ ਸਿਹਤ ਦੀ ਜਲਦ ਠੀਕ ਹੋਣ ਦੀ ਕਾਮਨਾ ਵੀ ਕੀਤੀ ਸੀ। ਪਰ ਜਿਸ ਤਰ੍ਹਾਂ ਦਾ ਬਿਆਨ ਅਨਿਲ ਵਿਜ ਉਹਨਾਂ ਨੇ ਦਿੱਤਾ ਹੈ, ਇਹ ਹੈਰਾਨੀਕੁੰਨ ਹੈ। ਔਰ ਮੈਨੂੰ ਲੱਗਦਾ ਕਿਸੇ ਵੀ ਗ੍ਰਹਿ ਮੰਤਰੀ ਨੂੰ ਇੱਕ ਜ਼ਿੰਮੇਦਾਰ ਅਹੁਦੇ ਤੇ ਰਹਿੰਦੇ ਹੋਏ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ। ਅਨਿਲ ਵਿਜ ਉਹਨਾਂ ਦਾ ਬਿਆਨ ਇੱਕ ਵਾਰ ਜ਼ਰੂਰ ਸੁਣ ਲਈਏ। मुझे लगता है कि मान साहब को उनके अधिकारियों ने गलत किताब पढ़ा। ये मीटिंग होनी थी नहर को बनाने के लिए, रास्ते के लिए, और वो रोना रो रहे हैं पानी का कि हमारे पास एक बूंद पानी नहीं है। तुम कौन होते हो पानी के, तो तुम पैदा कर रहे हो पानी? पानी तो हिमाचल से आ रहा है, और हिमाचल से किसको कितना पानी मिले उसके लिए ट्रिब्यूनल बना हुआ है। तो ट्रिब्यूनल जितना पानी हमें देगा हम ले लेंगे, लेकिन वार्ता है रास्ते की, रास्ता उस पानी को हरियाणा तक लाने का, जिसका नाम SYL है। अगर SYL के नाम से इनको कोई तकलीफ होती है तो उसका कोई और नाम रख लें, लेकिन हमें रास्ता चाहिए। हमने भी तुम्हें रास्ते दे रखे हैं, बहुत सारे रास्ते दे रखे हैं, तो रास्ते को बंद करने का तुम्हें अधिकार नहीं है। और दूसरी बात जो उन्होंने कहा कि हमने तो ये ज़मीन ही डीनोटिफाई कर दी, ये ब्रीच ऑफ ट्रस्ट है। वो हमारी ज़मीन है, हमने पैसे दिए हुए हैं उसके, उसको आपको डीनोटिफाई करने का अधिकार नहीं है। वो ज़मीन वापस हमें दिलाई जाए, और अच्छा यही है कि बैठ के हम रास्ता हमें दे दें वो, क्योंकि हम रास्ता मांगते हैं।
रस्तों की लड़ाई अच्छी नहीं होती। आपको लगता है केजरीवाल भी इनमें इन्वॉल्व कर रहे हैं कि मना नहीं, कर केजरीवाल तो इनका सबका मास्टरमाइंड है ना। जो पन्ना उसने पढ़ा के भेजा होगा वो मान साहब ने पढ़ दिया। वो तो पूरी तरह से टाइट कर रखा है, कोई अपना ये तो यूज़ कर ही नहीं सकता। ਹੁਣ ਤੁਸੀਂ ਅਨਿਲ ਵਿਜ ਉਹਨਾਂ ਦਾ ਬਿਆਨ ਸੁਣਿਆ। ਰਵਨੀਤ ਬਿੱਟੂ ਦਾ ਵੀ ਇਸ ਮਸਲੇ ਦੇ ਉੱਤੇ ਬੜਾ ਸਖਤ ਪ੍ਰਤੀਕਰਮ ਆਇਆ। ਹਾਲਾਂਕਿ ਰਵਨੀਤ ਬਿੱਟੂ ਭਗਵੰਤ ਮਾਨ ਨੂੰ ਹੀ ਕਹਿ ਰਹੇ ਨੇ ਕਿ ਉਹਨਾਂ ਨੂੰ ਤਿਆਰੀ ਨਾਲ ਜਾਣਾ ਚਾਹੀਦਾ ਸੀ, ਜਦ ਕਿ ਭਗਵੰਤ ਮਾਨ ਪੂਰੀ ਤਿਆਰੀ ਨਾਲ ਗਏ। ਭਗਵੰਤ ਮਾਨ ਉਹਨਾਂ ਦੀ ਤਿਆਰੀ ਤਾਂ ਇੰਨੀ ਜ਼ਿਆਦਾ ਸੀ ਕਿ ਉਹਨਾਂ ਨੇ ਉਹ ਇਸ਼ਤਿਹਾਰ ਵੀ ਦਿਖਾਤਾ ਪੰਜਾਬ ਟ੍ਰਿਬਿਊਨ ਦਾ 1980 81 ਵੇਲੇ ਦਾ, ਜਿਹ 'ਚ ਕੈਪਟਨ ਅਮਰਿੰਦਰ ਤੇ ਇੰਦਰਾ ਗਾਂਧੀ ਦੀ ਫੋਟੋ ਲੱਗੀ ਸੀ, ਜਿਹਦੇ ਵਿੱਚ ਪਹੁੰਚਣਾ ਸੀ ਕੈਪਟਨ ਅਮਰਿੰਦਰ ਔਰ ਇੰਦਰਾ ਗਾਂਧੀ ਨੇ। ਸੋ ਸ਼ਾਇਦ ਰਵਨੀਤ ਬਿੱਟੂ ਨੇ ਉਹ ਇਸ਼ਤਿਹਾਰ ਨਾ ਦੇਖਿਆ ਹੋਵੇ। ਇੱਕ ਵਾਰੀ ਪ੍ਰੈਸ ਕਾਨਫਰੰਸ ਭਗਵੰਤ ਮਾਨ ਉਹਨਾਂ ਦੀ ਸੁਣਨ, ਜਿਹੜੀ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਨੇ ਕੀਤੀ ਸੀ, ਉਹਦੇ 'ਚ ਉਹ ਟ੍ਰਿਬਿਊਨ ਅਖਬਾਰ ਦਾ ਇਸ਼ਤਿਹਾਰ ਦਿਖਾ ਰਹੇ ਸੀ। ਬਿੱਟੂ ਜੀ ਅਖਬਾਰ ਦੇ ਸ਼ਬਦਾਵਲੀ ਇੱਕ ਵਾਰੀ ਪੜ੍ਹ ਲੈਣ ਤੇ ਬੜਾ ਉਹਨਾਂ ਨੂੰ ਸੰਤੁਸ਼ਟੀ ਹੋਊਗੀ। ਰਵਨੀਤ ਬਿੱਟੂ ਅੱਜ ਵੀ ਕਹਿ ਰਹੇ ਨੇ ਕਿ ਕੈਪਟਨ ਅਮਰਿੰਦਰ ਪੰਜਾਬ ਦੇ ਪਾਣੀਆਂ ਦਾ ਰੱਖ ਹੈ। ਕਹਿੰਦੇ ਕੈਪਟਨ ਅਮਰਿੰਦਰ ਕਰਕੇ ਹੀ ਪਾਣੀ ਨਹੀਂ ਗਿਆ, ਜਦ ਕਿ ਹਕੀਕਤ ਇਹ ਹੈ ਕਿ ਪਾਣੀ ਹੈ ਹੀ ਨਹੀਂ, ਪੰਜਾਬ ਕੋਲੇ ਜਾਣਾ ਕਿੱਥੋਂ ਹੈ। ਰਵਨੀਤ ਬਿੱਟੂ ਇਹ ਵੀ ਕਹਿ ਰਹੇ ਨੇ ਕਿ ਅਸੀਂ ਇਹ ਕਿਉਂ ਕਹੀਏ ਸਾਡੇ ਕੋਲੇ ਪਾਣੀ ਘੱਟ ਹੈ, ਜਦ ਕਿ ਹਕੀਕਤ ਇਹੀ ਹੈ ਕਿ ਸਾਡੇ ਕੋਲੇ ਪਾਣੀ ਘੱਟ ਹੈ। ਸਾਡੇ ਨਹਿਰ ਸੁੱਕੇ ਪਏ ਨੇ, ਪਾਣੀ ਜ਼ਮੀਨ ਦੇ ਹੇਠਾਂ ਇੰਨਾ ਨੀਵਾਂ ਚਲਿਆ ਗਿਆ। ਇਹ ਤਾਂ ਜੱਗ ਜ਼ਾਹਰ ਹੈ ਕਿ ਟਿਊਬਵੈੱਲ ਬੜੇ ਔਖੇ ਸਾਡੇ ਪਾਣੀ ਕੱਢ ਰਹੇ ਨੇ। ਕਿੰਨੇ ਸਮਰਸੀਬਲ ਪੰਪ, ਸੈਂਟਰੀਫਿਊਗਲ ਪੰਪ ਲੱਗੇ ਨੇ, ਕਿੰਨੇ ਡੂੰਘੇ ਬੋਰ ਕਰਨੇ ਪੈ ਰਹੇ ਨੇ। ਬਿੱਟੂ ਜੀ ਇਸੇ ਕਰਕੇ ਕਰਨੇ ਪੈ ਰਹੇ ਨੇ ਵੀ ਪਾਣੀ ਹੈ ਨਹੀਂ। ਤੇ ਜੇ ਪਾਣੀ ਹੈ ਨਹੀਂ ਤੇ ਬਿਲਕੁਲ ਕਹਿਣਾ ਚਾਹੀਦਾ ਕਿ ਪਾਣੀ ਹੈ ਨਹੀਂ। ਉਹ ਠੀਕ ਹੈ ਕਿ ਰਿਪੇਰੀਅਨ ਕਾਨੂੰਨ ਦੇ ਮੁਤਾਬਕ ਅਸੀਂ ਕਹਿ ਸਕਦੇ ਹਾਂ ਕਿ ਪਾਣੀ ਤੇ ਹੱਕ ਸਾਡਾ ਹੈ, ਪਰ ਤੁਸੀਂ ਸੁਣੋ, ਜਿਹੜੇ ਅਨਿਲ ਵਿਜ ਨੇ ਉਹ ਸ਼ਾਇਦ ਰਿਪੇਰੀਅਨ ਕਾਨੂੰਨ ਦੀ ਗੱਲ ਵਾਲੇ ਪਾਸੇ ਜਾਂਦੇ ਨਹੀਂ। ਉਹ ਕਹਿੰਦੇ ਪਾਣੀ ਤਾਂ ਹਿਮਾਚਲ ਤੋਂ ਆ ਰਿਹਾ, ਅਨਿਲ ਵਿਜ ਹੋਣੀ ਕਹਿੰਦੇ ਇਸ ਕਰਕੇ ਸਾਡਾ ਹੱਕ ਬਣਦਾ। ਸੋ ਇਸ ਕਰਕੇ ਇਹ ਮਸਲਾ ਦੁਬਾਰਾ ਗਰਮ ਹੋ ਗਿਆ, ਕਿਉਂਕਿ ਹਰਿਆਣੇ 'ਚ ਚੋਣਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ। ਸੋ ਚੋਣਾਂ ਤੋਂ ਪਹਿਲਾਂ ਅਕਸਰ ਅਜਿਹੇ ਮੁੱਦੇ ਨੇ ਜਿਹੜੇ ਗਰਮ ਹੁੰਦੇ ਨੇ। ਸੋ ਕਦੀ ਕਦੀ ਮੈਂ ਵੀ ਸੋਚਦਾ ਹੁੰਦਾ ਕਿ ਕੀ ਇਸ ਤਰੀਕੇ ਦੇ ਮਸਲੇ ਪੋਲੀਟੀਕਲ ਪਾਰਟੀਆਂ ਸਿਰਫ ਚੋਣਾਂ ਦੇ ਦਿਨਾਂ ਦੇ ਵਿੱਚ ਉਭਾਰਦੇ ਨੇ ਤੇ ਉਹਨੂੰ ਸਰਗਰਮ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਬਾਅਦ ਦੇ ਵਿੱਚ ਕੁਝ ਨਹੀਂ ਨਿਕਲਦਾ। ਇਹ ਗੱਲ ਸ਼ਾਇਦ ਉਸੇ ਤਰ੍ਹਾਂ ਦੀ ਲੱਗ ਰਹੀ ਹੈ ਜਿਵੇਂ ਦੇਸ਼ ਦੀਆਂ ਚੋਣਾਂ ਤੋਂ ਪਹਿਲਾਂ ਪ੍ਰਿੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਦੇ ਛਾਪੇ ਵੱਜਣੇ ਸ਼ੁਰੂ ਹੋ ਜਾਂਦੇ ਨੇ, ਕਦੇ ਈਡੀ ਦੇ, ਕਦੀ ਕਿਸੇ ਦੇ। ਫਿਰ ਇੰਦਰਾ ਗਾਂਧੀ ਉਹਨਾਂ ਨੂੰ, ਫਿਰ ਪ੍ਰਿੰਕਾ ਗਾਂਧੀ ਉਹਨਾਂ ਨੂੰ ਪੁੱਛਗਿੱਛ ਲਈ ਛੱਡ ਕੇ ਆਉਂਦੀ ਹੈ ਤੇ ਜਦੋਂ ਚੋਣਾਂ ਨਿਕਲ ਜਾਂਦੀਆਂ ਨੇ ਛਾਪੇ ਬੰਦ ਹੋ ਜਾਂਦੇ ਨੇ। ਸੋ ਇਸ ਕਰਕੇ ਹੈਰਾਨੀ ਹੁੰਦੀ ਹੈ, ਕਿਉਂਕਿ ਜਿਸ ਤਰ੍ਹਾਂ ਦਾ ਆਚਰਣ ਹੈ ਸਰਕਾਰਾਂ ਦਾ ਜਾਂ ਏਜੰਸੀਆਂ ਦਾ, ਉਸ ਤੋਂ ਬਾਅਦ ਜ਼ਿਹਨ 'ਚ ਆਪਣੇ ਆਪ ਸਵਾਲ ਖੜੇ ਹੁੰਦੇ ਨੇ। ਪਿਛਲੇ ਦਿਨਾਂ 'ਚ ਮੈਂ ਕਦੀ ਨਹੀਂ ਦੇਖਿਆ ਕਿ ਰਾਬਰਟ ਵਾਡਰਾ ਦੇ ਘਰੇ ਛਾਪੇ ਵੱਜਦੇ ਹੋਣ। ਲੰਡਨ ਦੇ ਫਲੈਟ ਦੇ ਮਾਮਲੇ 'ਚ ਕਿੰਨੇ ਪਹਿਲਾਂ ਛਾਪੇ ਵੱਜਦੇ ਸੀ, ਕਹਿੰਦੇ ਜੀ ਕਿਸੇ ਵੀ ਸਮੇਂ ਗ੍ਰਿਫਤਾਰੀ ਹੋ ਸਕਦਾ 2024 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਵਾਰੀ ਫੇਰ ਇਹ ਮਾਮਲਾ ਨਿਕਲਿਆ ਹੋਵੇ ਬਾਹਰ, ਫੇਰ ਰਾਬਰਟ ਵਾਡਰਾ ਦੇ ਘਰੇ ਜਾਂ ਰਾਬਰਟ ਵਾਡਰਾ ਨੂੰ ਈਡੀ ਸੱਦਣ ਲੱਗ ਜੇ। ਸੋ ਇਹ ਵੀ ਹੋ ਸਕਦਾ ਹੈ ਕਿ ਜਿੱਦਾਂ ਹੀ ਹਰਿਆਣੇ ਦੀਆਂ ਚੋਣਾਂ ਖਤਮ ਹੋਣ, ਸਤਲੁਜ ਯਮੁਨਾ ਲਿੰਕ ਨਹਿਰ ਦਾ ਮਸਲਾ ਫੇਰ ਠੰਡੇ ਬਸਤੇ 'ਚ ਪੈ ਜੇ। ਸੋ ਇਸ ਕਰਕੇ ਬਾਕੀ ਰੱਬ ਜਾਣਦਾ ਜੀ ਸੱਚ ਕੀ ਹੈ, ਆਪਾਂ ਤਾਂ ਜੋ ਦਿਖਦਾ ਉਹੀ ਗੱਲ ਕਰ ਰਹੇ ਹਾਂ। SOL ਦਾ ਕਨਿਕ ਤਾਂ ਬਹੁਤ ਵੱਡਾ ਜਿਹੜਾ ਤਿਆਰੀ ਕਰਕੇ ਜਾਣਾ ਚਾਹੀਦਾ ਸੀ CM ਸਾਹਿਬ ਨੂੰ। ਪਰ ਦੇਖੋ ਗੱਲ ਇਹ ਆ, ਜਦੋਂ ਤੁਸੀਂ ਇਹ ਕਿਉਂ ਕਹਿੰਦੇ ਹੋ ਵੀ ਸਾਡੇ ਕੋਲ ਪਾਣੀ ਨਹੀਂ ਗਾ, ਯਾਰ ਪਾਣੀ ਤੇ ਹੱਕ ਹੀ ਨਹੀਂ ਬਣਦਾ ਹਰਿਆਣੇ ਦਾ। ਅਸੀਂ ਪਾਣੀ ਇਹ ਅਸੀਂ ਕਹਿ ਕੇ ਕਿਉਂ ਬਚੀਏ ਵੀ ਸਾਡੇ ਕੋਲ ਪਾਣੀ ਨਹੀਂ ਗਾ ਜੀ। ਹਰਿਆਣੇ ਦਾ ਕੋਈ ਹੱਕ ਹੀ ਨਹੀਂ ਬਣਦਾ ਸਾਡੇ ਪੰਜਾਬ ਦੀਆਂ ਨਹਿਰਾਂ, ਨਦੀਆਂ ਤੇ ਪਾਣੀ ਤੇ ਕਿਸੇ ਚੀਜ਼ ਦਾ। ਇਹ ਸਾਡਾ ਹੱਕ ਆ, ਇਸ ਕਰਕੇ ਬਿਲਕੁਲ ਕਿਸੇ ਪ੍ਰਾਈਮ ਮਿਨਿਸਟਰ ਕੋਲ ਜਾਣ ਦੀ ਲੋੜ ਨਹੀਂ। ਉਦੋਂ ਬਾਅਦ ਤਾਂ ਫਿਰ ਉਹਨਾਂ ਨੇ ਮਤਾ ਵੀ ਲੈ ਆਂਦਾ ਸੀ, ਉਹ ਇਕੱਲਾ ਹੀ ਸ਼ੇਰ ਆ ਜਿਹੜਾ ਮਤਾ ਲੈ ਕੇ ਆਇਆ ਸੀਗਾ ਵੀ ਇੱਕ ਬੂੰਦ ਨਹੀਂ ਦਿੰਦੇ। ਉਹਦੇ ਕਰਕੇ ਅੱਜ ਤੱਕ ਰੁਕੀ ਹੋਈ ਆ, ਨਹੀਂ ਸੁਪਰੀਮ ਕੋਰਟ 'ਚ ਫੈਸਲੇ ਹੋ ਜਾਂਦੇ, ਨਹੀਂ ਇਹ ਅਕਾਲੀ BJP ਹੁਣ ਨੂੰ ਇਹ ਫੈਸਲਾ ਕਰ ਦਿੰਦੇ। ਉਹ ਉਸੇ ਜਿਹੜਾ ਸ਼ੇਰ ਨੇ ਫੈਸਲਾ ਕੀਤਾ ਸੀ। ਹੋਰ ਕਮੀਆਂ ਲੱਖ ਹੋਣ ਪਰ ਪਾਣੀਆਂ ਦਾ ਰਾਖਾ ਕੈਪਟਨ ਅਮਰਿੰਦਰ ਸਿੰਘ ਹੈਗਾ ਹੀ ਹੈਗਾ, ਇਹ ਮੰਨਣਾ ਪਊ। ਡੱਲਾ ਜੀ, ਉਧਰ ਅਗਲੀ ਖਬਰ ਦੀ ਗੱਲ ਕਰੀਏ ਤਾਂ ਜਿਹੜੇ ਭਾਰਤ ਭੂਸ਼ਣ ਆਸ਼ੂ ਨੇ ਉਹਨਾਂ ਦੇ ਨਜ਼ਦੀਕੀ ਸਨੀ ਭੱਲਾ ਨੂੰ ਵਿਜੀਲੈਂਸ ਬਿਊਰੋ ਵੱਲੋਂ ਰਿਹਾ ਕੀਤਾ ਗਿਆ ਹੈ। ਪੂਰਾ ਮਾਮਲਾ ਕੀ ਹੈ, ਇਸ ਮਾਮਲੇ ਨੂੰ ਕਿਸ ਤਰੀਕੇ ਨਾਲ ਸਮਝਿਆ ਜਾਵੇ, ਤੁਸੀਂ ਕਿਵੇਂ ਵੇਖਦੇ ਹੋ ਇਸ ਪੂਰੇ ਮਾਮਲੇ ਨੂੰ? ਵਿਜੀਲੈਂਸ ਬਿਊਰੋ ਵੱਲੋਂ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀ ਸਨੀ ਭੱਲਾ ਨੂੰ ਕਸਟਡੀ 'ਚ ਲਿਆ ਗਿਆ ਸੀ। ਉਹ ਪੁਲਿਸ ਰਿਮਾਂਡ 'ਤੇ ਵੀ ਰਹੇ ਵਿਜੀਲੈਂਸ ਬਿਊਰੋ ਦੇ, ਪਰ ਕੱਲ੍ਹ ਅਦਾਲਤੀ ਕਾਰਵਾਈ ਦੇ ਦੌਰਾਨ ਇਹ ਗੱਲ ਉਜਾਗਰ ਹੋਈ ਕਿ ਵਿਜੀਲੈਂਸ ਬਿਊਰੋ ਨੇ ਕਹਿ ਦਿੱਤਾ ਹੈ ਕਿ ਉਹਨਾਂ ਕੋਲੋਂ ਕੁਝ ਵੀ ਅਜਿਹਾ ਨਹੀਂ ਮਿਲਿਆ ਜਿਸ ਕਰਕੇ ਵਿਜੀਲੈਂਸ ਬਿਊਰੋ ਉਹਨਾਂ ਦੀ ਲੋੜ ਮਹਿਸੂਸ ਨਹੀਂ ਕਰਦਾ। ਇੱਕ ਤਰੀਕੇ ਨਾਲ ਵਿਜੀਲੈਂਸ ਬਿਊਰੋ ਵੱਲੋਂ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ, ਜਿਸ ਤੋਂ ਬਾਅਦ
ਅਦਾਲਤ ਦੇ ਬਾਹਰ ਉਹਨਾਂ ਦੇ ਜਿਹੜੇ ਸਮਰਥਕ ਸੀ, ਖਾਸ ਤੌਰ ਤੇ ਰਵਨੀਤ ਸਿੰਘ ਬਿੱਟੂ, ਉਹ ਕਾਫੀ ਖੁਸ਼ ਨਜ਼ਰ ਆਏ। ਹਾਲਾਂਕਿ ਰਵਨੀਤ ਬਿੱਟੂ ਨੇ ਇੱਕ ਦਿਨ ਪਹਿਲਾਂ ਜਿਹੜਾ ਕੁਝ ਬਿਆਨ ਦਿੱਤਾ ਸੀ ਵਿਜੀਲੈਂਸ ਬਿਊਰੋ ਤੇ, ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀ ਵਿਜੀਲੈਂਸ ਬਿਊਰੋ ਦੀ ਕਾਰਵਾਈ ਤੇ ਸਵਾਲ ਖੜੇ ਕੀਤੇ ਸੀ, ਉਸ ਤੋਂ ਬਾਅਦ ਅਜਿਹੀਆਂ ਚਰਚਾਵਾਂ ਵੀ ਨੇ ਕਿ ਵਿਜੀਲੈਂਸ ਬਿਊਰੋ ਰਵਨੀਤ ਬਿੱਟੂ ਤੇ ਵੀ ਮਾਣਹਾਨੀ ਦਾ ਕੇਸ ਕਰਨ ਦੀ ਯੋਜਨਾ ਬਣਾ ਰਿਹਾ ਔਰ ਡੀਏ ਲੀਗਲ ਤੋਂ ਸੁਝਾਅ ਮੰਗੇ ਗਏ ਨੇ। ਅਸਲ 'ਚ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਰਵਨੀਤ ਬਿੱਟੂ ਉਸ ਵੇਲੇ ਵੀ ਵਿਜੀਲੈਂਸ ਬਿਊਰੋ ਦੀ ਟੀਮ ਦੇ ਨਾਲ ਉਲਝੇ ਸੀ ਜਦੋਂ ਕਟਿੰਗ ਦੀ ਦੁਕਾਨ ਤੇ ਭਾਰਤ ਭੂਸ਼ਣ ਆਸ਼ੂ, ਇੱਕ ਸੈਲੂਨ ਤੇ ਭਾਰਤ ਭੂਸ਼ਣ ਆਸ਼ੂ ਵਾਲ ਕਟਵਾ ਰਹੇ ਸੀ ਤੇ ਵਿਜੀਲੈਂਸ ਬਿਊਰੋ ਭਾਰਤ ਭੂਸ਼ਣ ਆਸ਼ੂ ਨੂੰ ਹਿਰਾਸਤ 'ਚ ਲੈਣ ਆਈ ਸੀ। ਉਦੋਂ ਵੀ ਰਵਨੀਤ ਬਿੱਟੂ ਹੋਣਾ ਨੇ ਤਿੱਖੇ ਤੇਵਰ ਦਿਖਾ ਕੇ ਇੱਕ ਵੀਡੀਓ ਲਾਈਵ ਹੋ ਕੇ ਵਾਇਰਲ ਕਰ ਦਿੱਤੀ ਸੀ। ਸੋ ਹੁਣ ਵੀ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਕਾਫੀ ਜ਼ਿਆਦਾ ਇਸ ਮਾਮਲੇ ਤੇ ਗੰਭੀਰ ਹੈ ਔਰ ਕਾਨੂੰਨੀ ਰਾਏ ਲੈ ਰਿਹਾ ਹੈ। ਪਰ ਰਵਨੀਤ ਬਿੱਟੂ ਦਾ ਇਹ ਕਹਿਣਾ ਹੈ ਕਿ ਮੈਂ ਜਨਰਲ ਗੱਲ ਕੀਤੀ ਸੀ, ਕੋਈ ਵੀ ਜਿਹੜਾ ਵਿਜੀਲੈਂਸ ਬਿਊਰੋ ਦਾ ਅਧਿਕਾਰੀ ਹੈ ਅਗਰ ਉਹ ਮੇਰੀਆਂ ਗੱਲਾਂ ਨੂੰ ਆਪਣੇ ਆਪ ਤੇ ਮੰਨ ਲੈਂਦਾ ਤੇ ਉਹਦੇ 'ਚ ਕਹਿੰਦੇ ਮੇਰਾ ਕੁਝ ਨਹੀਂ ਕਹਿਣਾ, ਕਿਉਂਕਿ ਇਹ ਉਹਨਾਂ ਦਾ ਆਪਣਾ ਸੋਚਣਾ ਹੈ। ਪਰ ਰਵਨੀਤ ਬਿੱਟੂ ਕਹਿੰਦੇ ਕਿ ਮੈਂ ਜਨਰਲ ਗੱਲ ਕੀਤੀ ਸੀ ਕਿ ਵਿਜੀਲੈਂਸ ਬਿਊਰੋ ਨੂੰ ਨਿਰਪੱਖ ਰਹਿਣਾ ਚਾਹੀਦਾ ਹੈ, ਪੱਖਪਾਤ ਨਹੀਂ ਕਰਨਾ ਚਾਹੀਦਾ। ਪਰ ਸਨੀ ਭੱਲਾ ਬਾਰੇ ਵੀ ਰਵਨੀਤ ਬਿੱਟੂ ਨੇ ਖੁੱਲ੍ਹ ਕੇ ਆਪਣੀ ਗੱਲ ਰੱਖੀ। ਉਹਨਾਂ ਨੇ ਕਿਹਾ ਕਿ ਸਨੀ ਭੱਲਾ ਨਿਰਦੋਸ਼ ਸੀ ਤੇ ਇਹ ਸਾਬਤ ਹੋ ਗਿਆ। ਇੱਕ ਵਾਰੀ ਫਿਰ ਉਹਨਾਂ ਨੇ ਵਿਜੀਲੈਂਸ ਬਿਊਰੋ ਦੀ ਕਾਰਵਾਈ ਤੇ ਸਵਾਲ ਵੀ ਚੱਕੇ ਔਰ ਇਹ ਵੀ ਕਿਹਾ ਕਿ ਅਸੀਂ ਤਾਂ ਹਮੇਸ਼ਾ ਤਿਆਰ ਹਾਂ, ਵਿਜੀਲੈਂਸ ਬਿਊਰੋ ਨੂੰ ਜਦੋਂ ਵੀ ਲੋੜ ਹੈ ਅਸੀਂ ਸੱਚ ਤੇ ਖੜੇ ਹਾਂ, ਅਸੀਂ ਆਉਣ ਨੂੰ ਤਿਆਰ ਹੈ, ਭਾਵੇਂ ਵਿਜੀਲੈਂਸ ਬਿਊਰੋ ਸਨੀ ਭੱਲਾ ਨੂੰ ਬੁਲਾਵੇ, ਭਾਵੇਂ ਮੈਨੂੰ ਤੇ ਭਾਵੇਂ ਕਿਸੇ ਹੋਰ ਨੂੰ। ਇਹਦੇ ਵਿੱਚ ਜਿਹੜੀ ਐਫਆਈਆਰ ਪਹਿਲਾਂ ਦੀ ਭਾਰਤ ਭੂਸ਼ਣ ਆਸ਼ੂ ਜੀ ਵਾਲੀ ਹੈਗੀ ਹੈ, ਉਸ ਐਫਆਈਆਰ ਦੇ ਵਿੱਚ ਇਹਨੂੰ ਸਨੀ ਭੱਲਾ ਨੂੰ ਅਰੈਸਟ ਕੀਤਾ ਗਿਆ ਸੀਗਾ। ਪਹਿਲਾਂ ਨੋਮੀਨੇਟ ਹੋਇਆ ਸੀ, ਫਿਰ ਅਰੈਸਟ ਕੀਤਾ ਗਿਆ ਤੇ ਇਹਦਾ 2 ਦਿਨ ਦੇ ਰਿਮਾਂਡ ਤੇ ਸੀਗਾ। ਡਿਊਰਿੰਗ ਇਨਵੈਸਟੀਗੇਸ਼ਨ ਜਿਹੜਾ ਹੈਗਾ ਕੋਈ ਐਸਾ ਕੋਈ ਇਨਕ੍ਰਿਮੀਨੇਟਿੰਗ ਐਵੀਡੈਂਸ ਸਾਹਮਣੇ ਨਹੀਂ ਆਇਆ ਕਿ ਜਿਹੜੇ ਦੇ ਬੈਂਕ ਲੌਕਰ ਸੀ ਜਾਂ ਬੈਂਕ ਅਕਾਊਂਟ ਸੀ ਉਹ ਵੈਰੀਫਾਈ ਕੀਤੇ ਗਏ, ਪ੍ਰੋਪਰਟੀ ਵੈਰੀਫਾਈ ਕੀਤੀਆਂ ਤੇ ਉਹਨਾਂ ਵਿੱਚ ਜੇ ਕੋਈ ਇਨਕ੍ਰਿਮੀਨੇਟਿੰਗ ਐਵੀਡੈਂਸ ਸਾਡੇ ਕੋਲ ਸਾਹਮਣੇ ਨਹੀਂ ਸੀ ਆਇਆ, ਜਿਸ ਕਰਕੇ ਅੱਜ ਫਿਲਹਾਲ ਫॉर द ਟਾਈਮ ਬੀਇੰਗ ਅਕਿਊਜ਼ ਜਿਹੜਾ ਹੈਗਾ ਗਗਨਦੀਪ ਲਈ ਸਨੀ ਭੱਲਾ ਨੂੰ ਜੁਡੀਸ਼ੀਅਲ ਕਰਤਾ ਗਿਆ ਇਹ ਨਹੀਂ ਕਸਟਡੀ ਚ ਡਿਸਚਾਰਜ ਕੀਤਾ, ਜੁਡੀਸ਼ੀਅਲ ਨਹੀਂ। ਤੇ ਮਤਲਬ ਹੁਣ ਹੈ ਕਿੱਥੇ ਰਹਿਣਗੇ, ਮਤਲਬ ਕਿ ਪੁਲਿਸ ਕਿਹਦੀ ਕਸਟਡੀ ਰਹਿਣੀ? ਉਹਨੂੰ ਫ੍ਰੀ ਕਰ ਦੇਣਗੇ, ਘਰ ਚਲੇ ਗਿਆ, ਘਰ ਭੇਜ ਦੇਣਗੇ, ਉੱਥੋਂ ਭੇਜ ਦੇਣਗੇ ਥਾਣੇ ਤੋਂ। ਸਰ 2 ਦਿਨ ਦੇ ਰਿਮਾਂਡ ਦੇ ਦੌਰਾਨ ਕੋਈ ਉਹੀ ਮੈਂ ਦੱਸ ਰਿਹਾ ਕਿ ਐਸ ਸੱਚ ਕੁਝ ਵੀ ਐਸਾ ਇਨਕ੍ਰਿਮੀਨੇਟਿੰਗ ਐਵੀਡੈਂਸ ਨਹੀਂ ਆਇਆ ਸੀ ਜਿਹਦੇ ਬੇਸਿਸ ਤੇ ਅਕਿਊਜ਼ਡ ਦੇ ਨਾਲ ਅੱਗੇ ਫਰਦਰ ਇਹਨੂੰ ਕੀਤਾ ਜਾ ਸਕਦਾ। ਕਸਟਡੀ ਚੋਂ ਡਿਸਚਾਰਜ ਕੀਤਾ। ਠੀਕ ਹੈ, ਵਿਜੀਲੈਂਸ ਤੋਂ ਹੁਣ ਘਰ ਭੇਜ ਦਿੱਤਾ ਜਾਏਗਾ। ਘਰ ਭੇਜ ਸਰ ਪੁੱਛਗਿੱਛ ਲਈ ਦੁਬਾਰਾ ਵੀ ਬੁਲਾ ਸਕਦੇ ਹੋ? ਬਿਲਕੁਲ ਬਾਰੇ ਸਾਰਿਆਂ ਨੂੰ ਥੋੜੀ ਸ਼ੱਕ ਦੇ ਘੇਰੇ 'ਚ ਹੁਣ ਜੇ ਆਪਾਂ ਇਹ ਕਹਿ ਲਈਏ ਵੀ ਇਹ ਸਨੀ ਭੱਲੇ ਨੂੰ ਪ੍ਰਾਪਰਟੀ ਕੋਈ ਲੱਭੀ ਤੇ ਇਹ ਕਹਿ ਦਈਏ ਵੀ ਉਹ ਨਾਕਾਮ ਰਹੇ ਆ, ਨਾਕਾਮ ਨਹੀਂ ਰਹੇ। ਜੋ ਉਹਨਾਂ ਦਾ ਸੱਚ ਉਹਨਾਂ ਨੇ ਕੱਢਣ ਦੀ ਕੋਸ਼ਿਸ਼ ਕੀਤੀ, ਜਿਹੜਾ ਸੱਚ ਮੂਹਰੇ ਆਇਆ ਉਹਦੇ ਵਿੱਚ ਕੁਝ ਐਸਾ ਹੈ ਨਹੀਂ ਸੀ ਤੇ ਅੱਗੇ ਵੀ ਉਹ ਹਮੇਸ਼ਾ ਉਰੇ ਰਹਿਣਗੇ। ਜੇ ਵਿਜੀਲੈਂਸ ਨੂੰ ਕੱਲ ਨੂੰ ਇਹ ਨਹੀਂ ਹੈ, ਕੱਲ ਨੂੰ ਜੇ ਵਿਜੀਲੈਂਸ ਨੂੰ ਕੱਲ ਨੂੰ ਕੁਝ ਲੱਭਦਾ ਵੀ, ਅਸੀਂ ਤਾਂ ਕਹਿੰਦੇ ਆ ਫੇਰ ਵੀ ਅਸੀਂ ਸਾਰੇ, ਜਦੋਂ ਵੀ ਤੁਸੀਂ ਹੁਕਮ ਕਰੋਗੇ ਅਸੀਂ ਇੱਕ ਆਵਾਜ਼ ਤੇ, ਚਾਹੇ ਸਨੀ ਭੱਲਾ ਏ, ਚਾਹੇ ਮੇਅਰ ਸਾਹਿਬ ਆ, ਚਾਹੇ ਮੈਂ ਆ, ਅਸੀਂ ਇੱਕਦਮ ਹਾਜ਼ਰ ਹੋ ਜਾਾਂਗੇ ਜਦੋਂ ਵੀ ਵਿਜੀਲੈਂਸ ਨੂੰ ਕੁਝ ਲੱਭੂਗਾ। ਇਸ ਗੱਲ ਕਰਕੇ ਅਸੀਂ ਕੋਈ ਕਾਨੂੰਨ ਤੋਂ ਥੋੜੀ ਭੱਜਣ ਵਾਲੇ ਆ, ਅਸੀਂ ਤਾਂ ਵੈਂਡੇਟੇ ਦੀ ਗੱਲ ਕਰਦੇ ਆ। ਮੈਂ ਜਿਹੜੇ ਵੀ ਤੁਸੀਂ ਅਫਸਰਾਂ ਦੀ ਗੱਲ ਕੀਤੀ ਆ, ਜੇ ਉਹ ਮੇਰੇ ਖਿਲਾਫ ਸ਼ਿਕਾਇਤ ਦੀ ਗੱਲ ਕਰਦੇ ਜੀ ਸਦਕੇ ਕਰਨ, ਕਿਉਂਕਿ ਉਹ ਇਸ ਵੇਲੇ ਉਹਨਾਂ ਦੀ ਮਜਬੂਰੀ ਆ, ਉਹ ਆਪ ਨਹੀਂ ਕਰ ਰਹੇ, ਉਹਨਾਂ ਦੀ ਮਜਬੂਰੀ ਆ ਜੋ ਉਹਨਾਂ ਦੇ ਆਕਾ ਕਹਿ ਰਹੇ ਆ। ਕਿਉਂਕਿ ਇੱਕ ਨਹੀਂ ਜੀਤੇ ਵੀ ਵਿਜੀਲੈਂਸ ਕੇਸ ਕਰੂਗੀ ਸਾਰੇ ਪੰਜਾਬ 'ਚ, ਕਿਸੇ ਵੀ ਪੰਜਾਬ 'ਚ ਜੇ ਵਿਜੀਲੈਂਸ ਕੇਸ ਕਰੂਗੀ ਤਾਂ ਉਹਦਾ ਮੈਂ ਹਰ ਡਟ ਕੇ ਉਹਦਾ ਮੁਕਾਬਲਾ ਕਰੂੰਗਾ। ਕੱਲੇ ਕੱਲੇ ਵਰਕਰ ਦੇ ਘਰੇ ਜਾਊਂਗਾ, ਇਸੇ ਉੱਚੀ ਆਵਾਜ਼ 'ਚ ਮੇਰੀ ਆਵਾਜ਼ ਬੁਲੰਦ ਰਹੇਗੀ। ਅਸੀਂ ਇੱਕ ਵੀ ਝੂਠਾ ਕੇਸ ਕਿਸੇ ਵੀ ਪੰਜਾਬ 'ਚ ਮੇਰੇ ਕਾਂਗਰਸ ਪਾਰਟੀ ਦੇ ਵਰਕਰ ਤੇ ਕਰਨਗੇ ਤਾਂ ਇਸੇ ਤਰੀਕੇ ਨਾਲ, ਨਾ ਮੈਂ ਡਰਿਆ ਨਾ ਮੈਂ ਪਰਚਿਆਂ ਤੋਂ ਡਰਦਾ। ਮੇਰੇ ਵੱਲੋਂ ਪਹਿਲਾਂ ਮੇਰੇ ਤੇ ਬਥੇਰੇ ਪਰਚੇ ਚੱਲਦੇ ਆ, ਹੋਰ ਪਰਚਾ ਹੋ ਜਾਊਗਾ, ਇਹਦੀ ਕੋਈ ਪਰਵਾਹ ਹੀ ਨਹੀਂ ਹੈ ਯਾਰ। ਅਸੀਂ ਸ਼ਹਾਦਤਾਂ ਵਾਲੇ ਪਰਿਵਾਰ ਆ। ਮੈਂ ਜ਼ਰੂਰ ਪਾਰਲੀਮੈਂਟ 'ਚ ਮੈਂ ਹੋਮ ਕਮੇਟੀ ਦਾ ਮੈਂਬਰ ਵੀ ਹਾਂ। ਇਸ ਗੱਲ ਤੇ ਮੈਂ ਅਮਿਤ ਸ਼ਾਹ ਜੀ ਨੂੰ ਖਾਸ ਤੌਰ ਤੇ ਮਿਲੂੰਗਾ, ਜਿਹੜੇ ਆਫੀਸਰ IPS ਆਫੀਸਰ ਜਿਹੜੇ ਇਹਨਾਂ ਨਾਲ ਰਲ ਕੇ, ਤੇ ਦੂਜੀ ਮੇਰੇ ਕਮੇਟੀ ਦੇ ਵਿੱਚ ਜਿਹੜੀਆਂ ਸਾਡੀ ਪ੍ਰਿਵਿਲੇਜ ਕਮੇਟੀਆਂ, ਐਥਿਕਸ ਕਮੇਟੀਆਂ ਨੇ ਜਿਹੜੀਆਂ, ਉਹਦੇ ਵਿੱਚ ਐਜ਼ ਇੱਕ ਮੈਂਬਰ ਪਾਰਲੀਮੈਂਟ ਆਉਣ ਵਾਲੇ ਦਿਨਾਂ 'ਚ ਮੈਂ ਸਪੀਕਰ ਨੂੰ ਮਿਲ ਕੇ ਇਹ ਸਾਰੀ ਰਿਪੋਰਟ ਆ ਜਿਹੜੀ ਵੀ ਕਿਹੜੇ ਆਫੀਸਰ ਨੇ ਇਹ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਆਪਣੇ ਕੀਮਤੀ ਸੁਝਾਅ, ਕੀਮਤੀ ਵਿਚਾਰ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ। ਬਹੁਤ ਧੰਨਵਾਦ ਹੈ ਜੀ ਤੁਹਾਡਾ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ। ਬਹੁਤ ਧੰਨਵਾਦ ਹਰਜੋਤ ਜੀ।